मंत्री बदल गए, मुख्यमंत्री बदल गए, मंत्रियों दी भी चर्चा लगातार चल रही है, IAS ऑफिसर बदले जा रहे हैं, तुहाडियां मंगां वल ध्यान दिता जा रहा कि नहीं? वो सिद्धू साहब ते साडे CM साहब मिल के धार्मिक स्थानां दे दौरिਆਂ ते ਵੱਡੀਆਂ ਵੱਡੀਆਂ हस्तियां दे घरां दे विच खाणिਆਂ ते ਜਾਂ दिल्ली ਦੇ ਚੱਕਰਾਂ ਦੇ ਵਿੱਚ ਹੀ ਮਸ਼ਰੂਫ ਅਜੇ ਤਾਈਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਮੁਲਾਜ਼ਮਾਂ ਬਾਰੇ ਜਿਹੜਾ ਕੁਝ ਸੋਚਿਆ। ਇੱਕ ਅੱਧੀ ਵਾਰ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਹੜਤਾਲੀ ਮੁਲਾਜ਼ਮ ਨੇ ਉਹ ਵਾਪਸ ਆ ਜਾਣ ਤੇ ਉਹਨਾਂ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਜਿਹੋ ਜਿਹੇ ਹਾਲਾਤ ਨੇ ਕੁਝ ਵੀ ਹੋ ਸਕਦੇ, ਸਾਡੇ ਹੱਕ ਸਾਨੂੰ ਦਿਓ। ਜੋ ਇਹਨਾਂ ਨੇ ਪੇ ਕਮਿਸ਼ਨ ਦੀ ਰਿਪੋਰਟ ਦਿੱਤੀ ਆ ਉਹ ਬਿਲਕੁਲ ਨਕਾਰਾ ਵਾ, ਉਹਨੂੰ ਅਸੀਂ ਰਿਜੈਕਟ ਕਰਦੇ ਹਾਂ। लगता नहीं कि उधरले पासे बदल करने की थां एक्शन करना चाहिए, कामियां दे जिहड़े काम रहिंदे ने। ਜਦੋਂ ਤੁਸੀਂ ਦਿੱਲੀ ਵਾਲੀ ਦੇਖੀ ਹੈ ਨਾ, ਪੰਜਾਬ ਦੇ ਲੋਕਾਂ ਨੂੰ ਦੇਖਣਾ ਨਹੀਂ ਤੇ ਤੁਹਾਡੀਆਂ ਜਿਹੜੀਆਂ ਤਾਂ ਕਿਵੇਂ ਉਹ ਸਾਡੀਆਂ ਮੰਗਾਂ ਪੂਰੀਆਂ ਕਰਨਗੇ। ਹੁਣ ਚੰਨੀ ਸਾਹਿਬ ਆਪ ਦਿਨ ਤੇ ਕਦੀ ਕਿਤੇ ਜਾ ਰਹੇ ਨੇ, ਬਹੁਤ ਵਧੀਆ ਗੱਲ ਆ ਜੀ, ਤੁਸੀਂ ਸਰਕਾਰ ਬਣਾਈ ਜਾਓ। ਸਾਨੂੰ ਕਹਿੰਦੇ 9 ਵਜੇ ਆਓ, ਬਹੁਤ ਵਧੀਆ, ਅਸੀਂ 9 ਵਜੇ ਆਨੇ ਆ। खजाना खाली हैगा तो लगता कि खजाना भर जूगा आ 4 महीने तिखी जी नक वाला जहाज लैके घूम रहे ने, मैनू लगता वो 2-2 हज़ार के नोटा दी गड्डियां भर के लिया रहे ने भी खजाना भर जे। 4.5 साल च खजाना नहीं भरिया तो हुण तिखी नोक वाले जहाज के नाल ही खजाना भर सकते, उवें तो कितों रेवन्यू आ नहीं जाना। पंजाब दी सियासत दे विच वड्डा फेरबदल होया, पंजाब दे मुख मंत्री बदले गए पर मुलाजमां दीयां मंगां जिउंदियां त्यों बरकरार ने। वड्डे IAS ऑफिसर बदले जा रहे हैं पर की मुलाजमां दीयां मंगां वल भी ध्यान दिता जाएगा? अज फिर एक बार मुलाजम वर्ग धरने दे राह ते है। साडे नाल सुखचैन खैरा ने। खैरा साहब, मंत्री बदल गए, मुख्यमंत्री बदल गए, मंत्रियों दी भी चर्चा लगातार चल रही है, IAS ऑफिसर बदले जा रहे हैं, तुहाडियां मंगां वल ध्यान दिता जा रहा कि नहीं? देखो जी, अजे तक तो मैनू लगता भी वो सिद्धू साहब ते साडे CM साहब मिल के धार्मिक स्थानां दे दौरिਆਂ ते ਵੱਡੀਆਂ ਵੱਡੀਆਂ ਹਸਤੀਆਂ ਦੇ ਘਰਾਂ ਦੇ ਵਿੱਚ ਖਾਣਿਆਂ ਤੇ ਜਾਂ ਦਿੱਲੀ ਦੇ ਚੱਕਰਾਂ ਦੇ ਵਿੱਚ ਹੀ ਮਸ਼ਰੂਫ ਅਜੇ ਤਾਈਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਮੁਲਾਜ਼ਮਾਂ ਬਾਰੇ ਜਿਹੜਾ ਕੁਝ ਸੋਚਿਆ। ਹਾਂ, ਇੱਕ ਅੱਧੀ ਵਾਰ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਹੜਤਾਲੀ ਮੁਲਾਜ਼ਮ ਨੇ ਉਹ ਵਾਪਸ ਆ ਜਾਣ ਤੇ ਉਹਨਾਂ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਸੋਚਣ ਵਾਲੀ ਗੱਲ ਇਹ ਹੈ ਕਿ ਕੋਡ ਆਫ ਕੰਡਕਟ ਦੇ ਵਿੱਚ 2.5 ਤੋਂ 3 ਮਹੀਨੇ ਰਹਿ ਗਏ। ਜੇ ਡਿਊ ਡੇਟ ਤੇ ਇਲੈਕਸ਼ਨ ਹੁੰਦੀ ਆ ਤੇ ਇੰਨੇ ਸਮੇਂ ਦੇ ਵਿੱਚ ਉਹ ਕੀ ਕਰਨਗੇ? ਸੋ ਮੁਲਾਜ਼ਮਾਂ ਦੇ ਵਿੱਚ ਗੁੱਸਾ ਵਾ, ਉਹ ਦੇਖਿਆ ਜਾ ਰਿਹਾ ਸੀਗਾ ਤੇ ਨਵੇਂ ਮੁੱਖ ਮੰਤਰੀ ਸਾਹਿਬ ਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣ ਲਈ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜਿਹੜੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ। ਜਿਵੇਂ ਸਾਂਝੇ ਫਰੰਟ ਨੇ ਕੱਲ ਕੀਤੀ ਆ ਤੇ ਉਹਨਾਂ ਨੇ ਪਟਿਆਲੇ ਜਿਹੜਾ ਆਪਣਾ ਪੱਕਾ ਮੋਰਚਾ ਲਾਣਾ ਸੀਗਾ ਉਹ ਮੁਰਿੰਡਾ ਵਿਖੇ ਸ਼ਿਫਟ ਕਰ ਦਿੱਤਾ ਕਿ ਜਿੱਤੇ ਮੁੱਖ ਮੰਤਰੀ ਨਵੇਂ ਆਏ ਨੇ ਉਹਨਾਂ ਦੇ ਹਲਕੇ ਜਾਂ ਉਹਨਾਂ ਦਾ ਜਿੱਤੇ ਘਰ ਆ ਉੱਥੋਂ ਸ਼ੁਰੂ ਕਰ ਦਿੱਤਾ ਜਾਵੇ। PSM जो पंजाब स्टेट मिनिस्टीरियल सर्विस ने शनिवार ਨੂੰ ਮੀਟਿੰਗ ਬੁਲਾ ਲਈ ਆ ਤੇ ਸੈਕਟਰੀਏਟ ਦੀ ਜੁਆਇੰਟ ਐਕਸ਼ਨ ਕਮੇਟੀ ਤੁਹਾਡੇ ਸਾਹਮਣੇ ਆ ਕਿ ਸਿੱਧਾ ਹੀ ਐਕਸ਼ਨ ਤੇ ਆ ਗਈ ਆ ਤੇ ਅੱਜ ਅਸੀਂ ਜਿਹੜਾ ਆਪਣਾ ਐਕਸ਼ਨ ਕਰਕੇ ਸਰਕਾਰ ਨੂੰ ਆਪਣੇ ਜਿਹੜੇ ਵਿਊ ਉਹ ਦੱਸ ਦਿੱਤੇ ਨੇ ਵੀ ਸਾਨੂੰ ਕੁਝ ਵੀ ਮਨਜ਼ੂਰ ਨਹੀਂ, ਅਸੀਂ ਸਮਾਂ ਨਹੀਂ ਦੇ ਸਕਦੇ। ਜਿਹੋ ਜਿਹੇ ਹਾਲਾਤ ਨੇ ਕੁਝ ਵੀ ਹੋ ਸਕਦੇ, ਸਾਡੇ ਹੱਕ ਸਾਨੂੰ ਦਿਓ। ਜੋ ਇਹਨਾਂ ਨੇ ਪੇ ਕਮਿਸ਼ਨ ਦੀ ਰਿਪੋਰਟ ਦਿੱਤੀ ਆ ਉਹ ਬਿਲਕੁਲ ਨਕਾਰਾ ਵਾ, ਉਹਨੂੰ ਅਸੀਂ ਰਿਜੈਕਟ ਕਰਦੇ ਆ। ਉਹਦੇ ਵਿੱਚ ਇੰਨੀਆਂ ਵੰਡੀਆਂ ਪਾਈਆਂ, ਪਹਿਲੋ ਜੀ 2.25, 2.58, 2. ਕੁਛ 2.72 ਇਸ ਤਰ੍ਹਾਂ ਕਰਕੇ ਜਿਹੜੇ ਆ ਉਹ ਸਾਡੇ ਪੇ ਜਿਹੜੇ ਗੁਨਾਹ ਜਿਹੜੇ ਆ ਫਿਕਸ ਕੀਤੇ ਗਏ, ਜਿਹਦੇ ਵਿੱਚ ਜਿਹੜਾ ਸਾਨੂੰ ਜਿਹੜਾ ਉਹਦੇ ਵਿੱਚ ਵੀ ਘਾਟਾ ਪੈ ਰਿਹਾ ਸੀ। ਜਦੋਂ ਰੌਲਾ ਪਿਆ ਤਾਂ ਉਹਨਾਂ ਨੇ ਇਹਦੇ ਵਿੱਚੋਂ ਇੱਕ ਨਵੀਂ ਚੀਜ਼ ਕੱਢੀ, ਇਹਦੇ ਚ ਅਮੈਂਡਮੈਂਟ ਕਰਤੀ। ਸਿੱਧੇ ਤੌਰ ਤੇ ਕਹਿੰਦੇ ਕਿ 15% ਕਰਕੇ ਤਾਂ ਉੱਕਾ ਪੁੱਕਾ ਤੁਹਾਡੇ ਨਾਲ ਕੰਮ ਕਰਕੇ ਤਾਂ ਨਿਬੇੜਾ ਕਰ ਲੈਂਦੇ। ਹੁਣ ਇੱਥੇ ਆ ਕੇ ਫਿਰ ਸਵਾਲ ਖੜਾ ਗਿਆ ਵੀ ਉੱਕਾ ਪੁੱਕਾ ਕਰ ਲਿਆ 15%, ਉਹਦੇ ਵਿੱਚ ਫਿਰ ਚੋਰ ਮੋਹਰੀਆਂ ਰੱਖ ਲੀਆਂ। ਉਹ ਚੋਰ ਮੋਹਰੀ ਕੀ ਹੈ ਵੀ ਜਿਹੜੇ 2016 ਤੋਂ ਬਾਅਦ ਜਾਂ 2016 ਨੂੰ ਭਰਤੀ ਆ ਜਾਂ ਉਸ ਤੋਂ ਬਾਅਦ ਪ੍ਰਮੋਟ ਹੋਏ ਨੇ, ਪਦਉन्नत ਹੋਏ ਨੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ 15% ਦਾ ਫਾਇਦਾ ਨਹੀਂ ਦਿੱਤਾ ਗਿਆ। ਲੋ ਜੀ 5 ਸਾਲ ਹੋ ਗਏ, ਜਿਹੜੇ ਨਵੇਂ 5 ਸਾਲਾਂ ਦੇ ਵਿੱਚ ਆਏ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਨਾ ਹੀ ਉਹਦੇ ਵਿੱਚ ਪ੍ਰਮੋਟੀਆਂ ਨੂੰ ਫਾਇਦਾ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਸ ਪੱਤਰ ਦੇ ਹਿਸਾਬ ਨਾਲ ਜਿਹੜਾ ਏਰੀਅਰ ਬਣੇਗਾ ਉਹ ਵੀ ਨਹੀਂ ਦਿੱਤਾ ਜਾਏਗਾ। ਸੋ ਇਹਦੇ ਨਾਲ ਜਿਹੜੇ ਹੋਰ ਵੀ ਇਹੋ ਜਿਹੇ ਚੋਰ ਮੋਹਰੀਆਂ ਜਿਹੜੀ ਇਹਨਾਂ ਨੇ ਇਸ ਪੇ ਕਮਿਸ਼ਨ ਦੇ ਵਿੱਚ ਰੱਖ ਲਈਆਂ ਕਿ ਜਿਵੇਂ ਸਾਡਾ ਜਿਹੜਾ DA ਸੀ 125% ਸੀ, ਸਾਨੂੰ 113% ਨਾਲ ਗੁਣਾ ਦੇ ਦਿੱਤਾ ਗਿਆ ਕੈਲਕੂਲੇਸ਼ਨ। ਸੋ ਕਹਿਣ ਤੋਂ ਮਤਲਬ ਇਹ ਆ ਕਿ ਇਹ ਚਿੱਠੀ ਵੀ ਅਸੀਂ ਨਕਾਰਾ ਹੋਇਆ, ਇਹਦੇ ਨਾਲ ਸਾਨੂੰ ਕੋਈ ਵੀ ਫਾਇਦਾ ਨਹੀਂ ਹੋ ਰਿਹਾ, ਜਿਸ ਕਰਕੇ ਸਾਡੇ ਜਿੰਨੇ ਸਾਥੀ ਖੜੇ ਨੇ ਇਹ 2016 ਤੋਂ ਬਾਅਦ ਵਾਲੇ ਹੀ ਨੇ। ਸੋ ਇਹ ਕਹਿ ਰਹੇ ਜਦੋਂ ਸਾਨੂੰ ਫਾਇਦਾ ਨਹੀਂ ਹੋਇਆ ਫਿਰ ਕਰੀਏ ਕੀ, ਤੇ ਅਸੀਂ ਵੀ ਕੀ ਕਰਨਾ ਜਦੋਂ ਫਾਇਦਾ ਹੀ ਨਹੀਂ ਹੋ ਰਿਹਾ।
ਉਹਦੇ ਵਿੱਚ ਕੁਝ ਇਹੋ ਜਿਹੀਆਂ ਕਲਾਸਾਂ ਨੇ ਜਿਹੜੇ ਬਾਅਦ ਵਿੱਚ ਪ੍ਰਮੋਟ ਹੋ ਜਾਂਦੇ ਨੇ, ਜਦੋਂ ਕੈਲਕੂਲੇਸ਼ਨ ਕਰਦੇ ਹੋ ਨੈਗੇਟਿਵ ਦੇ ਵਿੱਚ ਆ ਜਾਂਦੇ। ਬੜੀ ਹੈਰਾਨੀ ਹੈ ਕਿ ਵੱਡੇ ਵੱਡੇ ਅਫਸਰ ਬਦਲੇ ਜਾ ਰਹੇ ਨੇ ਇਸ ਵੇਲੇ, IAS ਆਫੀਸਰ ਬਦਲ ਦਿੱਤੇ ਗਏ ਨੇ। ਨਾਲ ਦੀ ਨਾਲ ਇਹ ਵੀ ਹੈ ਕਿ ਵੱਡੀ ਛੇਤੀ ਇਹ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਵਜ਼ਾਰਤ ਦੇ ਵਿੱਚ ਵੀ ਵੱਡਾ ਫੇਰ ਬਦਲ। ਲੱਗਦਾ ਨਹੀਂ ਕਿ ਉਧਰਲੇ ਪਾਸੇ ਬਦਲ ਕਰਨ ਦੀ ਥਾਂ ਐਕਸ਼ਨ ਕਰਨਾ ਚਾਹੀਦਾ? ਕਾਮਿਆਂ ਦੇ ਜਿਹੜੇ ਕੰਮ ਰਹਿੰਦੇ ਨੇ ਜਾਂ ਜਿਹੜੀਆਂ ਵਾਅਦੇ ਕੀਤੇ ਨੇ, ਵਾਅਦੇ ਵੱਲ ਧਿਆਨ ਦੇਣਾ ਚਾਹੀਦਾ। ਸਮਾਂ ਬੜਾ ਘੱਟ ਹੈ ਸਰਕਾਰ। ਬਿਲਕੁਲ ਸਹੀ ਗੱਲ ਹੈ ਜੀ। ਜਦੋਂ ਤੁਸੀਂ ਦਿੱਲੀ ਵਾਲੀ ਦੇਖੀ ਹੈ ਨਾ, ਪੰਜਾਬ ਦੇ ਲੋਕਾਂ ਨੂੰ ਦੇਖਣਾ ਨਹੀਂ ਤੇ ਤੁਹਾਡੀ ਜਿਹੜੀ ਹੈ ਕਿਵੇਂ ਉਹ ਸਾਡੀਆਂ ਮੰਗਾਂ ਪੂਰੀਆਂ ਕਰਨਗੇ। ਹੁਣ ਕੱਚੇ ਮੁਲਾਜ਼ਮ ਆ, ਉਹ ਵੀ ਰੱਖ ਲਿਆ ਗਿਆ। ਕੋਡ ਆਫ ਕੰਡਕਟ ਦਾ ਪਤਾ ਕੁਛ ਨਹੀਂ। ਅਮਰਿੰਦਰ ਸਿੰਘ ਜੀ ਕੋਈ ਹੋਰ ਸਟੇਟਮੈਂਟਾਂ ਦੇ ਮੁਲਾਜ਼ਮਾਂ ਦੇ ਤੇ ਆਮ ਜਨਤਾ ਦੇ ਦਿਲਾਂ ਦੇ ਵਿੱਚ ਡਰ ਲੱਗਿਆ ਹੋਇਆ ਵੀ ਕਿਤੇ ਕੋਈ ਜੱਗੋ 13ਵੀਂ ਗੱਲ ਹੋ ਗਈ ਤੇ ਸਾਡਾ ਤੇ ਸਾਰਾ ਕੁਝ ਜਿਹੜਾ ਇੱਥੇ ਹੀ ਪਿਆ ਰਹਿ ਜਾਏਗਾ। ਸੋ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ। ਪੁਰਾਣੀ ਪੈਨਸ਼ਨ ਜਿਹੜੀ ਆ ਉਹ ਨਹੀਂ ਦਿੱਤੀ। ਆਊਟਸੋਰਸ ਮੁਲਾਜ਼ਮ ਜਿਹੜੀ ਆ ਇੱਕ ਆਜ਼ਾਦੀ ਦੀ ਜਿਹੜੀ ਨਿੱਘ ਮਾਣ ਰਿਹਾ ਉਹਨੂੰ ਖਤਮ ਕਰਕੇ ਗੁਲਾਮੀ ਪ੍ਰਥਾ ਨੂੰ ਜਿਹੜਾ ਹੈਗਾ ਉਹ ਵਧਾਵਾ ਦਿੱਤਾ ਜਾ ਰਿਹਾ। ਹੁਣ ਤੁਸੀਂ ਸੋਚੋ ਵੀ ਇੱਕ ਬੰਦਾ ਜਿਹੜਾ ਪੜ੍ਹ ਲਿਖ ਕੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਇੰਜੀਨੀਅਰਿੰਗ ਕਰਕੇ ਆਂਦਾ ਉਹਨੂੰ ਆਊਟਸੋਰਸ ਤੇ 10 12 15 ਹਜ਼ਾਰ ਦੇ ਵਿੱਚ ਰੱਖ ਲਿਆ ਜਾਂਦਾ। ਕੀ ਇਹ ਕੀ ਚੀਜ਼ ਆ? ਔਰ ਕੰਮ ਉਹਦੇ ਕੋਲ ਵਾਧੂ ਲਿਆ ਜਾਂਦਾ। ਹੁਣ ਚੰਨੀ ਸਾਹਿਬ ਆਪ ਦਿਨ ਤੇ ਕਦੀ ਕਿਤੇ ਜਾ ਰਹੇ ਨੇ। ਬਹੁਤ ਵਧੀਆ ਗੱਲ ਆ ਜੀ, ਤੁਸੀਂ ਸਰਕਾਰ ਬਣਾਈ ਜਾਓ। ਸਾਨੂੰ ਕਹਿੰਦੇ 9 ਵਜੇ ਆਓ, ਬਹੁਤ ਵਧੀਆ। ਅਸੀਂ 9 ਵਜੇ ਆਨੇ ਆ, 5 ਵਜੇ ਜਾਂਦੇ ਆ, ਪਰ ਜਿਹੜੇ ਤੁਸੀਂ 3 ਵਜੇ ਬੈਠ ਜਾਂਦੇ ਹੋ CM ਆਫਿਸ ਤੇ ਸਾਡਾ ਸਟਾਫ ਬੈਠਦਾ, ਤੁਸੀਂ ਘਰ ਜਾ ਕੇ ਸ਼ਾਇਦ ਸੌਂ ਲੈਣੇ ਹੋਵੋਗੇ, ਪਰ ਸਾਡੇ ਸਾਥੀਆਂ ਨੇ ਫਿਰ 9 ਵਜੇ ਉਹਨਾਂ ਦੇ ਉੱਤੇ ਤੁਸੀਂ ਕੜਿੱਕੀ ਪਾਤੀ ਵੀ ਆਓ 9 ਵਜੇ। 3 ਵਜੇ ਘਰ ਜਾ ਰਹੇ ਆ ਔਰ 9 ਵਜੇ ਉਹ ਵਿਚਾਰੇ ਫਿਰ ਦਫ਼ਤਰ ਆ ਰਹੇ ਨੇ ਔਰ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ। ਅਸੀਂ ਇਹ ਵੀ ਮੰਗ ਕਰਦੇ ਵੀ ਫਿਰ ਉਹਨਾਂ ਲਈ ਵੀ ਤਾਂ ਤੁਸੀਂ ਜਿਹੜਾ ਕੋਈ ਮਾਨ ਭੇਟਾ ਕੋਈ ਜਿਹੜਾ ਓਵਰ ਟਾਈਮ ਦੋ ਨਾ। ਕੈਬਨਿਟ ਦੀ ਮੀਟਿੰਗ 8 ਵਜੇ ਰੱਖ ਲਈ ਜਾਂਦੀ ਹੈ ਤਾਂ ਬਹੁਤ ਸਾਰੇ ਮੁਲਾਜ਼ਮ ਫਸ ਜਾਂਦੇ ਨੇ ਨਾਲ। ਜੇ 8 ਵਜੇ ਮੀਟਿੰਗ ਰੱਖੀ ਜਾਂਦੀ ਤਾਂ 7 ਵਜੇ 6 ਵਜੇ ਤਾਂ ਆਉਣਾ ਪਊਗਾ ਅਧਿਕਾਰੀ ਤੇ ਕਰਮਚਾਰੀਆਂ ਨੂੰ। ਸੋ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੈਗੀਆਂ ਨੇ। ਸੋ ਇਹਦੇ ਵਿੱਚ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਸਮਾਂ ਘੱਟ ਆ ਕਿਉਂਕਿ ਇੱਕ ਬਹੁਤ ਵੱਡਾ ਵਰਗ ਆ, ਕਿਸਾਨਾਂ ਤੋਂ ਬਾਅਦ ਨੰਬਰ 2 ਦਾ ਵਰਗ ਆ। ਜੇ ਤੁਸੀਂ ਜਿੱਤਣਾ ਤੇ ਵਰਗ ਨੂੰ ਆਪਣੇ ਜਿਹੜਾ ਵਿਸ਼ਵਾਸ ਦੇ ਵਿੱਚ ਲੈਣਾ ਪਊਗਾ। ਖਹਿਰਾ ਸਾਹਿਬ, ਲੱਗਦਾ ਕਿ ਜਿੰਨਾ ਸਮਾਂ ਰਹਿ ਗਿਆ ਹੁਣ ਤੁਸੀਂ ਸਿੱਧੇ ਤੌਰ ਤੇ ਕਹਿੰਦੇ 2 ਤੋਂ 2.5 ਮਹੀਨੇ ਕੋਡ ਆਫ ਕੰਡਕਟ ਨੂੰ ਰਹਿ ਗਏ, ਸਿੱਧੇ ਤੌਰ ਤੇ ਇਹ ਕਹਿੰਦੇ 4 ਮਹੀਨੇ ਸਾਡੇ ਕੋਲ, ਉਹ 2 ਮਹੀਨੇ ਦਾ ਸਮਾਂ ਵਿੱਚ 2-2.5 ਮਹੀਨੇ ਦਾ ਜਿਹੜਾ ਸਮਾਂ ਹੈਗਾ, ਲੱਗਦਾ ਕਿ ਤੁਹਾਡੀਆਂ ਮੰਗਾਂ ਉਹਦੇ ਵਿੱਚ ਪੂਰੀਆਂ ਹੋ ਜਾਣਗੀਆਂ ਜਾਂ ਫਿਰ ਆਸ ਹੈ ਨਹੀਂ? ਉਸ ਦੇਖੋ ਆਸ ਤੇ ਅਸੀਂ ਕਰਾਂਗੇ। ਜੇ ਉਹ ਇਹ ਸੋਚ ਰਹੇ ਆ, ਜੇ ਉਹ ਉੱਤੇ ਆਪਣੀ ਹਾਈ ਕਮਾਨ ਨੂੰ ਇਹ ਕਹਿ ਕੇ ਆਏ ਕਿ ਅਸੀਂ ਜਿੱਤ ਦਿਵਾਵਾਂਗੇ, ਤੇ ਜਿੱਤਣਾ ਕਿਹਦੇ ਸਿਰ ਤੇ ਆ? ਪੰਜਾਬ ਦੀ ਆਵਾਮ ਦੇ ਸਿਰ ਤੇ ਨਾ। ਤੇ ਜਿਹੜਾ 45-50 ਲੱਖ ਦਾ ਇੱਕ ਕਾਡਰ ਆ ਉਹਨੂੰ ਨਾਰਾਜ਼ ਕਿਵੇਂ ਕਰ ਦੇਣਗੇ? ਉਹਦੇ ਕੋਲ ਤਾਂ ਵੋਟਾਂ ਲੈਣੀਆਂ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ। ਸੋ ਅਸੀਂ ਵਿਸ਼ਵਾਸ ਕਰਦੇ ਆ ਕਿ ਚੰਨੀ ਸਾਹਿਬ ਸਾਡੀ ਆ, ਜਿਵੇਂ ਪਹਿਲੇ ਸਾਡੇ ਨਾਲ ਹੋਇਆ ਕੈਪਟਨ ਸਾਹਿਬ ਨੇ ਕੀਤਾ, ਉਵੇਂ ਚੰਨੀ ਸਾਹਿਬ ਨਾ ਕਹਿਣ। ਔਰ ਨਾਲ ਕਾਂਗਰਸ ਹਾਈ ਕਮਾਂਡ ਨੂੰ ਵੀ ਅਗਾਹ ਕਰਦੇ ਆ ਵੀ ਭਾਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾ ਲੈ ਲਿਓ, ਤੇ ਜੇ ਤੁਸੀਂ ਲੈਣਾ ਫਿਰ ਜਿੱਤ ਦੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੁਪਨਾ ਲੈਣਾ ਬੰਦ ਕਰ ਦਿਓ। ਵਿੱਤ ਮੰਤਰੀ ਨੇ ਆਖੀਰ ਤੇ ਵੀ ਇਹੀ ਗੱਲ ਆਖੀ ਸੀ ਕਿ ਅਸੀਂ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਵਾਂਗੇ, ਹੱਲ ਕਰ ਦੇਵਾਂਗੇ, ਪਰ ਉਧਰ ਨੂੰ ਵਾਧਾ ਹੋਇਆ ਕੋਈ ਕਦਮ ਨਜ਼ਰ ਨਹੀਂ ਆਉਂਦਾ। ਤੇ ਇੱਕੋ ਹੀ ਚੀਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਖਜ਼ਾਨਾ ਖਾਲੀ ਹੈਗਾ। ਤਾਂ ਲੱਗਦਾ ਕਿ ਖਜ਼ਾਨਾ ਭਰ ਜਾਊਗਾ ਆ 4 ਮਹੀਨਿਆਂ ਤੱਕ? ਦੇਖੋ ਜੇ ਸੋਚਿਆ ਜਾਵੇ ਤੇ ਮੈਂ ਦੇਖਿਆ ਜਿਹੜਾ ਤਿੱਖੀ ਜੀ ਨੱਕ ਵਾਲਾ ਜਹਾਜ਼ ਲੈ ਕੇ ਘੁੰਮ ਰਹੇ ਨੇ, ਮੈਨੂੰ ਲੱਗਦਾ ਉਹਦੇ ਵਿੱਚ 2-2 ਹਜ਼ਾਰ ਦੇ ਨੋਟਾਂ ਦੀਆਂ ਗੱਡੀਆਂ ਭਰ ਕੇ ਲਿਆ ਰਹੇ ਨੇ ਵੀ ਖਜ਼ਾਨਾ ਭਰ ਜੇ। 4.5 ਸਾਲ 'ਚ ਖਜ਼ਾਨਾ ਨਹੀਂ ਭਰਿਆ ਤੇ ਹੁਣ ਉਹ ਤਿੱਖੀ ਨੋਕ ਵਾਲੇ ਜਹਾਜ਼ ਦੇ ਨਾਲ ਹੀ ਖਜ਼ਾਨਾ ਭਰ ਸਕਦੇ, ਉਵੇਂ ਤੇ ਕਿਤੇ ਰੈਵਨਿਊ ਆ ਨਹੀਂ ਜਾਣਾ। ਸੋ ਇਹ ਤਾਂ ਇੱਕ ਬਹਾਨਾ ਸੀਗਾ। ਤੇ ਜੇ ਵਿੱਤ ਮੰਤਰੀ ਸਾਹਿਬ ਨੇ ਹੁਣੋਂ ਖਜ਼ਾਨਾ ਨਹੀਂ ਭਰਿਆ ਤਾਂ ਹੁਣ ਕਿੱਥੋਂ ਭਰਨਗੇ? ਖਹਿਰਾ ਸਾਹਿਬ, ਤੁਸੀਂ ਇਹ ਵੀ ਕਹਿੰਦੇ ਰਹੇ ਹੋ ਕਿ ਇੱਕ ਵੱਡਾ ਕੈਡਰ ਮੁਲਾਜ਼ਮਾਂ ਦਾ ਹੈਗਾ ਤੇ ਮੁਲਾਜ਼ਮ ਲਗਾਤਾਰ ਜੇ ਇਸ ਤਰੀਕੇ ਨਾਲ ਗੱਲ ਨਹੀਂ ਬਣੀ ਤਾਂ ਵੋਟ ਦੀ ਚੋਟ ਵੀ ਮਾਰਨਗੇ। ਉਧਰਲੇ ਪਾਸੇ ਨੂੰ ਕੋਈ ਤੁਸੀਂ ਸਿਆਸੀ ਵਿੰਗ ਬਣਾਇਆ ਸੀ ਆਪਣਾ, ਉਧਰਲੇ ਪਾਸੇ ਨੂੰ ਕੋਈ ਅਗਲੀ ਰਣਨੀਤੀ ਉਲੀਕੀ, ਅਗਲੀ ਕਾਰਵਾਈ ਕੀ ਕਰਨੀ ਹੈ? ਦੇਖੋ ਇਹ ਚੀਜ਼ਾਂ ਕੀ ਹੁੰਦੀਆਂ ਕਿ ਸਾਡਾ ਇਹ ਸਾਰਾ ਕੁਝ ਗੁਪਤ ਚੱਲ ਰਿਹਾ ਹੁੰਦਾ। ਉਹਦਾ ਕਾਰਨ ਇਹ ਹੈ ਕਿ ਜੌਬ ਦੇ ਵਿੱਚ ਰਹਿ ਕੇ ਅਸੀਂ ਜਿਹੜੇ ਆ ਪੋਲੀਟੀਕਲ ਜਿਹੜੀ ਆ ਵਰਕਿੰਗ ਨਹੀਂ ਕਰ ਸਕਦੇ, ਪਰ ਸਾਡੇ ਜਿਹੜੇ ਰਿਟਾਇਰੀ ਸਾਥੀ ਨੇ ਉਹ ਇਹ ਵਰਕਿੰਗ ਕਰ ਰਹੇ ਨੇ। ਦੇਖਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਕੀ ਜਿਹੜੇ ਆ ਉਲਟ ਫੇਰ ਹੁੰਦਾ। ਜੇ ਆ ਜਲਦੀ ਮੰਨਦੇ ਤਾਂ ਠੀਕ ਹੈ, ਨਹੀਂ ਤਾਂ ਸਾਡੇ ਕਈ ਸਾਥੀ ਇਹੋ ਜਿਹੇ ਨੇ ਜਿਹੜੇ ਜੌਬ ਛੱਡ ਕੇ ਪੋਲਿਟਿਕਸ 'ਚ ਆਉਣਾ ਚਾਹੁੰਦੇ ਨੇ, ਉਹ ਆਉਣਗੇ। ਸੋ ਇਹਦੇ ਵਿੱਚ ਕੁਝ ਸਾਡੇ ਆਪਣੇ ਮੁਲਾਜ਼ਮਾਂ ਵੱਲੋਂ 1-2 ਧਿਰਾਂ ਬਣਾ ਲਈਆਂ ਗਈਆਂ ਨੇ ਜਿਹੜੀਆਂ ਵਰਕਿੰਗ ਕਰ ਰਹੀਆਂ ਗਈਆਂ ਨੇ। ਉਹਨਾਂ ਨੂੰ ਕਿਵੇਂ ਅਸੀਂ ਸਪੋਰਟ ਕਰਨਾ, ਕਿਵੇਂ ਨਹੀਂ ਕਰਨਾ, ਆਉਣ ਵਾਲੇ ਸਮੇਂ ਛੇਤੀ ਦੱਸ ਦੇਵਾਂਗੇ। ਅਗਲਾ ਐਕਸ਼ਨ ਪਲਾਨ ਕੀ ਹੈਗਾ ਇਸ ਤੋਂ ਬਾਅਦ? ਜੇ ਅੱਜ ਵੀ ਤੁਹਾਡੀ, ਕਿਉਂਕਿ ਅੱਜ ਤੁਸੀਂ ਮੰਗ ਪਹੁੰਚਾਤੀ ਹੈ ਉੱਪਰ, ਪਰ ਮੰਗ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ ਉਹ ਹਲੇ ਗੱਲ ਦੂਜੀ ਹੈਗੀ। ਅਗਲੀ ਰਣਨੀਤੀ ਕੀ ਹੈਗੀ, ਕਿਉਂਕਿ ਸਮਾਂ ਤੁਹਾਡੇ ਤੋਂ ਵੀ ਘੱਟ ਹੈਗਾ? ਦੇਖੋ ਇਹ ਤੁਸੀਂ ਦੇਖ ਰਹੇ ਵੀ ਕਿੰਨਾ ਵੱਡਾ ਰੋਹ ਆ ਲੋਕਾਂ ਦੇ ਵਿੱਚ। ਇੱਕ ਬਿਲਡਿੰਗ ਦੇ ਵਿੱਚੋਂ ਕਿੰਨੇ ਸਾਥੀ ਇੱਥੇ ਪਹੁੰਚ ਚੁੱਕੇ ਨੇ
ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਬਾਕੀ ਧਿਰਾਂ ਨੇ ਜਿਹੜੀਆਂ ਫੀਲਡ ਦੇ ਵਿੱਚ ਮੀਟਿੰਗਾਂ ਕਰ ਰਹੀਆਂ ਨੇ ਉਹਨਾਂ ਦੇ ਨਾਲ ਤਾਲਮੇਲ ਕੀਤਾ ਗਿਆ। ਫਰੰਟ ਨੇ ਆਪਣਾ ਐਕਸ਼ਨ ਦੇਤਾ। ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨਾਲ ਤਾਲਮੇਲ ਕਰਕੇ ਇੱਕ ਵੱਡੇ ਐਕਸ਼ਨ ਦੀ ਤਿਆਰੀ ਆ। ਹੋ ਸਕਦਾ ਹੈ ਹੜਤਾਲ ਦੇ ਰੂਪ 'ਚ ਹੋਵੇ ਤੇ ਪੱਕੇ ਮੋਰਚੇ ਦਾ ਐਲਾਨ ਪਹਿਲਾਂ ਹੀ ਫਰੰਟ ਵੱਲੋਂ ਮਰਿੰਡੇ ਦੇ ਵਿੱਚ ਕਰ ਦਿੱਤਾ ਗਿਆ। ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ, ਉਹ ਮੋਰਚੇ ਦਾ ਐਲਾਨ ਹੋ ਚੁੱਕਿਆ। ਸਾਨੂੰ ਸੁਖਚੈਨ ਖਹਿਰਾ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਿੱਧੇ ਤੌਰ ਤੇ ਮੁਲਾਜ਼ਮ ਹੁਣ ਜਿੰਨਾ ਚੱਕਰ ਆਪਣੀਆਂ ਮੰਗਾਂ ਨਹੀਂ ਮੰਨਦੀਆਂ ਪੱਕੇ ਮੋਰਚੇ ਦੇ ਨਾਲ ਅਗਲੇ ਐਕਸ਼ਨ ਉਲੀਕ ਚੁੱਕੀਆਂ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਕੰਮ ਕਰਨ ਦੀ ਥਾਂ ਮੁਲਾਜ਼ਮਾਂ ਦੇ ਵੱਲ ਧਿਆਨ ਦੇਵੇ। ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ